ਅਮੋਲਕ ਸਿੰਘ ਦੇ ਬਾਰੇ ਸੰਖੇਪ ਦੇ ਵਿੱਚ ਹੀ ਕੁਝ ਗੱਲਾਂ ਪ੍ਰੋਫੈਸਰ ਸਾਹਿਬ ਮੇਰੇ ਨਾਲ ਕਰ ਰਹੇ ਸੀ। ਅਸੀਂ ਇੱਛਾ ਜ਼ਾਹਰ ਕੀਤੀ ਕਿ ਇਹੀ ਜਿਹੜੀਆਂ ਗੱਲਾਂ ਨੇ ਉਹ 2 ਮਿੰਟਾਂ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨ ਤਾਂ ਕਿ ਇਹ ਪਤਾ ਲੱਗੇ ਕਿ ਜਿਹੜੀ ਸ਼ਖਸੀਅਤ ਦਾ ਤੁਸੀਂ ਸਨਮਾਨ ਕਰਨ ਜਾ ਰਹੇ ਹੋ ਉਹ ਅਸਲ 'ਚ ਹੈ ਕੀ ਉਹਦੀ ਕੰਟਰੀਬਿਊਸ਼ਨ ਹੈ। ਭਾਵੇਂ ਉਹਦਾ ਬਕਾਇਦਾ ਸਨਮਾਨ ਪੱਤਰ ਹੈ, ਲੋਈ ਹੈ ਜਾਂ ਦੂਜੇ ਟਰਾਫੀ ਹੈ, ਉਹ ਆਪਣੀ ਜਗ੍ਹਾ ਤੇ ਹੈ, ਪਰ ਕੁਝ ਗੱਲਾਂ ਬਹੁਤ ਜ਼ਰੂਰੀ ਨੇ। ਪ੍ਰੋਫੈਸਰ ਹਮਦਰਦ ਬਿਨ ਨਸ਼ਹਿਰਵੀ ਜੀ, ਇਹਨਾਂ ਨੇ ਪ੍ਰੋਫੈਸਰ ਸਾਹਿਬ ਬਾਰੇ ਮੈਂ ਜਾਣਕਾਰੀ ਦੇ ਦੇਵਾਂ, ਇਹਨਾਂ ਨੇ ਪਲਸ ਮੰਚ ਦੇ ਨੀਂਹ ਪੱਥਰ ਰੱਖਣ ਵਾਲੇ ਦਿਨ ਤੋਂ ਹੀ ਪਲਸ ਮੰਚ ਨਾਲ ਆਪਣੀ ਸਾਂਝ ਪਾਈ ਹੈ ਤੇ ਇਹਦਾ ਸੰਵਿਧਾਨ ਇਹਨਾਂ ਨੇ ਲਿਖਿਆ ਸੀ ਪ੍ਰੋਫੈਸਰ। ਅੱਛਾ ਜੀ, ਭਾਜੀ ਕਹਿੰਦੇ ਜਿਹੜਾ ਪੰਜਾਬ ਲੋਕ ਸੱਭਿਆਚਾਰ ਮੰਚ ਜਾਂ ਛੋਟਾ ਨਾਂ ਪਲਸ ਮੰਚ ਹੈ, ਇਹਦਾ ਨਾਂ ਵੀ ਪ੍ਰੋਫੈਸਰ ਹਮਦਰਦ ਬਿਨ ਨਸ਼ਹਿਰਵੀ ਜੀ ਨੇ ਰੱਖਿਆ ਸੀ। ਆਪਾਂ ਸਾਰੇ ਹੀ ਇਸ ਗੱਲ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਚੰਗੀ ਸੰਸਥਾ ਸਾਨੂੰ ਦਿੱਤੀ। ਪ੍ਰੋਫੈਸਰ ਸਾਹਿਬ, ਪੰਜਾਬ ਲੋਕ ਸੱਭਿਆਚਾਰ ਮੰਚ ਜਿਸ ਸ਼ਖਸੀਅਤ ਦਾ ਹੁਣ ਸਨਮਾਨ ਕਰਨ ਜਾ ਰਿਹਾ ਹੈ, ਉਹ ਸ਼ਖਸੀਅਤ ਇੱਕ ਤਰ੍ਹਾਂ ਪੰਜਾਬ ਵਿੱਚ ਸਭ ਤੋਂ ਵੱਡੀ ਸ਼ਖਸੀਅਤ ਕਹੀ ਜਾ ਸਕਦੀ ਹੈ। ਅਮੋਲਕ ਸਿੰਘ ਦੇ ਬਾਰੇ ਵਿੱਚ ਮੈਂ ਬਹੁਤ ਕੁਝ ਤਾਂ ਨਹੀਂ ਜਾਣਦਾ, ਪਰ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਮੁਲਾਕਾਤ ਨਹੀਂ ਹੋਈ। ਪਹਿਲਾਂ ਬੜੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਜਦੋਂ ਕਿ ਬੜਾ ਮੁਸ਼ਕਲ ਦਾ ਸਮਾਂ ਸੀ। ਉਸ ਵੇਲੇ ਨਸਾਲੀ ਵਿੱਚ ਜਦੋਂ ਕਿ ਇਸ ਜਿਹੜਾ ਪੰਜਾਬ ਲੋਕ ਸੱਭਿਆਚਾਰ ਮੰਚ ਹੈ ਉਹਦੀ ਸਥਾਪਨਾ ਹੋਈ, ਲਗਭਗ ਸਾਰੀ ਰਾਤ ਦਾ ਪ੍ਰੋਗਰਾਮ ਚੱਲਦਾ ਰਿਹਾ। ਉਸ ਵੇਲੇ ਵੀ ਹਾਜ਼ਰ ਸਾਹ ਜਦੋਂ ਬੰਗੇ ਲਾਗੇ ਮਹਿਲ ਗਹਿਲਾ ਵਿੱਚ ਪ੍ਰੋਗਰਾਮ ਹੋਇਆ, ਲਗਭਗ ਸਾਰੀ ਰਾਤ ਦਾ ਡਰਾਮੇ ਵਗੈਰਾ ਤੇ ਡਿਸਕਸ਼ਨ ਹੁੰਦੀ ਰਹੀ। ਉਸ ਵੇਲੇ ਵੀ ਉਹਨਾਂ ਮੌਕਿਆਂ ਵਿੱਚ, ਉਸ ਤੋਂ ਬਾਅਦ ਕਈ ਹੋਰ ਮੌਕਿਆਂ ਵਿੱਚ ਪਟਿਆਲਾ ਵਗੈਰਾ ਮੁਲਾਕਾਤ ਹੁੰਦੀ ਰਹੀਆਂ। ਅਮੋਲਕ ਸਿੰਘ ਇੱਕ ਐਸੀ ਸ਼ਖਸੀਅਤ ਹੈ ਜਿਸ ਨੇ ਇਸ ਲੋਕਪੱਖੀ ਕਾਜ ਲਈ, ਜਨਤਾ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਅਸੀਂ ਲੋਕ ਸਭ ਕੁਝ ਸਮਰਪਿਤ ਨਹੀਂ ਕਰ ਸਕਦੇ, ਮੈਂ ਸ਼ਾਮਲ ਹਾਂ, ਪਰ ਇਹ ਵਿਅਕਤੀ ਜਿਹੜਾ ਹੈ ਜਿਸ ਨੇ ਆਪਣਾ ਸਭ ਕੁਝ ਇੱਕ ਕਾਜ ਲਈ ਸਮਰਪਿਤ ਕਰ ਦਿੱਤਾ। ਹੁਣੇ ਦਿਨੇ ਜਿਹੜਾ ਪ੍ਰੋਗਰਾਮ ਸੀ, ਭਾਜੀ ਨੇ ਗੁਰਸ਼ਰਨ ਸਿੰਘ ਨੇ ਗੱਲ ਕੀਤੀ ਸੀ ਕਿ ਸਾਡਾ ਸਭ ਕੁਝ ਹੀ ਸਤਿਆਨਾਸ਼ ਹੁੰਦਾ ਜਾ ਰਿਹਾ ਹੈ, ਸਾਡਾ ਵਿਦਿਅਕ ਢਾਂਚਾ ਸਭ ਕੁਝ ਤਬਾਹ ਹੋ ਚੁੱਕਾ ਮੁਕੰਮਲ ਤੌਰ ਉੱਤੇ। ਇਸ ਵੇਲੇ ਨਿਗਾਰ ਵਿੱਚ ਅਵਸਥਾ ਹੈ, ਪਿਛਲੇ ਸਮੇਂ ਵਿੱਚ ਵੱਧ ਨਿਗਾਰ ਜਾਰੀ ਹੈ ਅਤੇ ਅਮੋਲਕ ਸਿੰਘ ਵਰਗੇ ਬੰਦੇ ਸਾਨੂੰ ਹੋਰ ਵੀ ਬਹੁਤ ਜ਼ਰੂਰਤ ਹੈ। ਧੰਨਵਾਦ। ਅਸੀਂ ਅਮੋਲਕ ਸਿੰਘ ਜੀ ਨੂੰ ਜਿੱਥੇ ਸਨਮਾਨ ਚਿੰਨ੍ਹ ਜਾਂ ਹੋਰ ਸਾਡੇ ਵੱਲੋਂ ਯਾਦਗਾਰ ਭੇਟ ਕਰਨੀ ਹੈ, ਉੱਥੇ ਨਾਲ ਹੀ ਕੁਝ ਸ਼ਬਦ ਨੇ ਜੋ ਉਹਨਾਂ ਦੇ ਸਨਮਾਨ ਪੱਤਰ ਵਜੋਂ ਲਿਖੇ ਗਏ ਨੇ, ਉਹ ਪੜ੍ਹੇ ਜਾਣੇ ਨੇ ਸਾਡੇ ਵੱਲੋਂ। ਇੱਧਰ ਆ ਜਾਓ, ਚਲੋ ਇੱਥੇ ਠੀਕ ਹੈ। ਪੈਸੇ ਬਲਜਿੰਦਰ ਦੀ ਡਿਊਟੀ ਹੈ ਕਿ ਉਹ ਸਨਮਾਨ ਪੱਤਰ ਪੜ੍ਹਨਗੇ। ਠੀਕ ਹੈ ਜੀ। ਸਥਾਪਨਾ ਦਿਵਸ ਸਮਾਰੋਹ 16 ਅਪ੍ਰੈਲ 2000 ਐਤਵਾਰ ਸਮਰਾਲਾ। ਸਨਮਾਨ ਪੱਤਰ ਬਾਈ ਅਮੋਲਕ ਸਿੰਘ, ਪਲਸ ਮੰਚ ਸੰਸਥਾਪਕਾਂ ਚੋਂ ਮੋਹਰੀ। ਅਮੋਲਕ ਹਵਾਵਾਂ ਦੇ ਉਲਟ ਉੱਡਦਾ ਅਕਾਬ ਹੈ, ਮੌਜੂਦਾ ਲੋਕ ਦੋਖੀ ਪ੍ਰਬੰਧ ਵਿੱਚ ਲੋਕ ਹੱਕਾਂ ਲਈ ਗੂੰਜਦੀ ਮਿਹਨਤ ਕਸ਼ਾਂ ਦੀ ਰੋਲੀ ਲਲਕਾਰ ਹੈ। ਪਲਸ ਮੰਚ ਦੀ ਸਥਾਪਨਾ ਤੇ ਅਗਵਾਈ ਉਸ ਦੀ ਕਾਰਗੁਜ਼ਾਰੀ ਦੀਆਂ ਚਸ਼ਮਦੀਦ ਗਵਾਹ ਹਨ। ਉਸ ਨੇ ਲੋਕ ਪੱਖੀ ਸਾਹਿਤ ਸੱਭਿਆਚਾਰ ਵਿੱਚ ਆਪਣਾ ਨਿੱਘਰ ਯੋਗਦਾਨ ਪਾਇਆ ਹੈ। ਉਸ ਦੀ ਚੁੰਬਕੀ ਸ਼ਖਸੀਅਤ, ਪ੍ਰਤੀਬੱਧਤਾ, ਲਗਨ ਸਾਡੇ ਲਈ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ। ਉਸ ਦਾ ਸਨਮਾਨ ਕਰਦਿਆਂ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ। ਸ਼ੁਭ ਇਸ਼ਾਮਾ ਸਹਿਤ ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਆਰਟ ਸੈਂਟਰ ਸਮਰਾਲਾ ਦੀ ਪ੍ਰਬੰਧਕੀ ਟੀਮ। ਧੰਨਵਾਦ। ਭਾਜੀ ਇਹ ਅਮੋਲਕ ਸਿੰਘ ਨੂੰ ਆਪਣਾ, ਅਮੋਲਕ ਜੀ ਆਓ ਭਾਜੀ, ਤੁਸੀਂ ਦੱਸੋ ਹੋ ਜਾਓ। ਸਾਰਿਆਂ ਵੱਲੋਂ ਹੈ, ਸਨੈਪ ਜ਼ਰੂਰ ਕਰ। ਭਾਜੀ ਹੈਲੋ, ਅਸੀਂ ਚਾਹਾਂਗੇ ਅੱਗੇ ਆ ਜਾਓ। ਹਾਂਜੀ ਕੋਈ ਲੋ। ਅਮੋਲਕ ਸਿੰਘ ਕਿਉਂਕਿ ਇੱਕ ਲੰਮਾ ਸਫ਼ਰ ਕੀਤਾ ਹੈ, ਕੋਈ ਛੋਟੀ ਗੱਲ ਨਹੀਂ ਹੈ, ਛੋਟੀ ਸ਼ਖਸੀਅਤ ਨਹੀਂ ਹੈ। ਮੈਂ ਚਾਹਾਂਗਾ ਕਿ ਕੁਝ ਸ਼ਬਦਾਂ ਦੇ ਵਿੱਚ ਉਹ ਆਪਣੇ ਜਜ਼ਬਾਤ, ਆਪਣੇ ਪਲਸ ਮੰਚ ਬਾਰੇ ਵਿਚਾਰ
ਸਾਡੇ ਨਾਲ ਸਾਂਝੇ ਕਰੋ। ਪਲਸ ਮੰਚ ਦੇ ਅਤੇ ਆਰਟ ਸੈਂਟਰ ਸਮਰਾਲਾ ਦੇ ਅਤੇ ਬਹੁਤ ਸਾਰੇ ਸਾਡੇ ਬੁੱਧੀਜੀਵੀ, ਸਾਹਿਤਕਾਰ, ਲੇਖਕ, ਰੰਗਕਰਮੀ ਤੇ ਸੱਭਿਆਚਾਰਕ ਕਾਮੇ ਦੋਸਤੋ, ਵੱਖ-ਵੱਖ ਮੋਰਚਿਆਂ ਦੇ ਉੱਤੇ ਜੂਝ ਰਹੇ ਸੰਗਰਾਮੀ ਯੋਧਿਓ, ਪੰਜਾਬ ਦੀ ਮਿੱਟੀ ਦੇ ਵਾਰਸ ਬਹਾਦਰ ਲੋਕੋ, ਅੱਜ ਜਿੱਡਾ ਵੱਡਾ ਇਹ ਮਾਣ ਸਨਮਾਨ ਇੱਕ ਅਦਨੇ ਜਿਹੇ ਇਨਸਾਨ ਨੂੰ ਬਹੁਤ ਵੱਡੀ ਇੱਕ ਸਨਮਾਨਿਤ ਸੰਸਥਾ ਨੇ ਦਿੱਤਾ ਹੈ, ਤਾਂ ਇਸ ਸਨਮਾਨ ਨੇ ਸਾਡੇ ਮੋਢਿਆਂ ਤੇ ਇੱਕ ਵੱਡੀ ਜ਼ਿੰਮੇਵਾਰੀ ਪਾਈ ਹੈ ਕਿ ਸਾਡੇ ਕੋਲੇ ਦੇਣ ਵਾਸਤੇ ਸਭ ਤੋਂ ਛੋਟੀ ਚੀਜ਼ ਆਪਣੀ ਜ਼ਿੰਦਗੀ ਹੈ। ਇਹ ਪੂਰੀ ਦੀ ਪੂਰੀ ਜ਼ਿੰਦਗੀ ਦਾ ਆਖਰੀ ਸਾਹ ਮੈਂ ਚਾਹਾਂਗਾ ਕਿ ਇਸ ਵਤਨ ਦੀ ਮਿੱਟੀ ਦੇ ਲੇਖੇ ਲੱਗੇ। ਸਾਡੇ ਸਿਰਾਂ ਤੇ ਬੜਾ ਵੱਡਾ ਕਰਜ਼ਾ ਹੈ। ਜਿਸ ਮੌਕੇ ਅਸੀਂ ਪਲਸ ਮੰਚ ਦੀ ਨੀਂਹ ਰੱਖੀ ਸੀ, ਅਸੀਂ ਇਸ ਹਵਾ ਦੇ ਵਿੱਚ ਅਜਿਹੇ ਗੀਤ ਤੇ ਸੰਗੀਤ ਦਾ ਰੰਗ ਭਰਨਾ ਚਾਹੁੰਦੇ ਸੀ। ਅਸੀਂ ਅਜਿਹੇ ਨਾਟਕਾਂ ਰਾਹੀਂ ਹਰ ਇਨਸਾਨ ਦੇ ਮੱਥੇ ਦੇ ਉੱਤੇ ਸ਼ਬਦ ਉਕਰਨਾ ਚਾਹੁੰਦੇ ਸੀ ਕਿ ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਂ, ਮੇਰਾ ਰੰਗ ਦੇ ਬਸੰਤੀ ਚੋਲਾ। ਅਸੀਂ ਚਾਹੁੰਦੇ ਸੀ ਕਿ ਮੁੜ ਕੇ ਫੇਰ ਸਾਡੇ ਵੱਟਾਂ ਬੰਨਿਆਂ ਤੇ ਸਾਡੇ ਖੇਤ ਖਲਿਆਣ ਦੇ ਉੱਤੇ ਪੌਣਾ 'ਚ ਆਵਾਜ਼ ਗੂੰਜੇ ਕਿ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ। ਖੁਦਕੁਸ਼ੀਆਂ ਨਹੀਂ, ਸੰਗਰਾਮ ਦੇ ਰਾਹ ਤੇ ਤੁਰੀਏ। ਸਾਡਾ ਅਕੀਦਾ ਸੀ ਕਿ ਸਾਡੀਆਂ ਕਲਮਾਂ ਦੇ ਵਿੱਚੋਂ ਉਹ ਆਵਾਜ਼ਾਂ ਫੁੱਟਣ ਜਿਹੜੀਆਂ ਅੱਜ ਇੰਟਰਨੈਟ ਦੇ ਉੱਤੇ ਜਾਂ ਗਲੋਬਲਾਈਜੇਸ਼ਨ ਦੇ ਦੌਰ 'ਚ, ਨਵੇਂ ਲਿਬਰਲਾਈਜੇਸ਼ਨ ਦੇ ਦੌਰ ਦੇ ਵਿੱਚ ਪੂਰੇ ਵਿਸ਼ਵ ਨੂੰ ਜਿਨ੍ਹਾਂ ਨੇ ਮੁੱਠੀ ਦੇ ਵਿੱਚ ਕੈਦ ਕਰਨ ਜਾ ਰਹੇ ਨੇ, ਤੇ ਉਹਨਾਂ ਜਿਨ੍ਹਾਂ ਨੇ ਸਾਡੇ ਗਿੱਧੇ, ਕਿੱਕਲੀਆਂ ਤੇ ਸਾਡੇ ਤ੍ਰਿੰਜਣਾਂ ਦੇ ਗੀਤ ਚੋਰੀ ਕਰ ਲਏ ਨੇ, ਤੇ ਜਿਨ੍ਹਾਂ ਨੇ ਸਾਡੀ ਮਿੱਟੀ ਨੂੰ ਪੂਰੀ ਤਰ੍ਹਾਂ ਗ੍ਰਹਿਣ ਲਾ ਦਿੱਤਾ, ਉਹਨਾਂ ਨੂੰ ਅਸੀਂ ਦੱਸ ਸਕੀਏ ਕਿ 22 ਮਾਰਚ ਤੇ 23 ਮਾਰਚ ਨੂੰ ਜਦੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਬੈਠ ਕੇ ਕਲਿੰਟਨ ਦੀਆਂ ਲਾਲਾਂ ਚੱਟਦੇ ਹੋ, ਉਹ ਦਿਨ ਉਹ ਹੈ ਜਦੋਂ ਸਾਡਾ ਸੂਰਮਾ ਭਗਤ ਸਿੰਘ ਫਾਂਸੀ ਤੇ ਚੜ੍ਹਿਆ ਸੀ। ਉਹਨਾਂ ਨੂੰ ਚੇਤਾ ਨਹੀਂ ਆਇਆ ਕਿ 22 ਮਾਰਚ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਸੁਖਦੇਵ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਉਹਨਾਂ ਨੂੰ ਸਿਰਫ ਇਸ ਗੱਲ ਦਾ ਫਿਕਰ ਲੱਗਿਆ ਰਿਹਾ ਕਿ ਕੌਣ ਕਿਹਦੇ ਤੋਂ ਅੱਗੇ ਹੋ ਕੇ ਕਲਿੰਟਨ ਨਾਲ ਹੱਥ ਮਿਲਾਉਂਦਾ ਹੈ। ਹਫ਼ਤਾ ਕਈ ਮੰਤਰੀਆਂ ਨੇ ਇਸ ਕਰਕੇ ਹੱਥ ਨਹੀਂ ਧੋਤੇ ਕਿ ਅਸੀਂ ਆਪਣਾ ਹੱਥ ਕਲਿੰਟਨ ਨਾਲ ਮਿਲਾ ਕੇ ਹਟੇ ਹਾਂ, ਕਿ ਸਾਡਾ ਹੱਥ ਪਵਿੱਤਰ ਹੋ ਗਿਆ। ਇਹ ਸਨਮਾਨ ਤੁਸੀਂ ਉਹਨਾਂ ਦਿਨਾਂ 'ਚ ਦਿੱਤਾ ਹੈ ਜਿਨ੍ਹਾਂ ਦਿਨਾਂ ਦੇ ਵਿੱਚ ਜਲਿਆਂਵਾਲੇ ਬਾਗ ਦੀ ਮਿੱਟੀ ਪੰਜਾਬ ਦੇ ਲੋਕਾਂ ਦੇ ਖੂਨ ਨਾਲ ਰੰਗੀ ਗਈ ਸੀ। 13 ਮਾਰਚ ਅਜੇ ਪਰਸੋਂ ਚੌਥੇ ਗੁਜ਼ਰਿਆ ਹੈ। 13 ਅਪ੍ਰੈਲ ਅਜੇ ਪਰਸੋਂ ਚੌਥੇ ਗੁਜ਼ਰਿਆ ਹੈ। 9 ਅਪ੍ਰੈਲ ਗੁਜਰੇ ਨੂੰ ਵੀ ਬਹੁਤੇ ਦਿਨ ਨਹੀਂ ਹੋਏ ਜਦੋਂ ਸੇਵੇ ਵਾਲੇ ਦੀ ਧਰਤੀ ਦੇ ਉੱਤੇ ਅਸੀਂ ਨਾਟਕ ਖੇਡ ਰਹੇ ਸੀ ਅੰਨੇ ਨਿਸ਼ਾਨਚੀ, ਤਾਂ ਉਸ ਮੌਕੇ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਮਿਲਟਰੀ ਵਰਦੀਆਂ ਦੇ ਵਿੱਚ ਆ ਕੇ 2 ਗ੍ਰਨੇਡ ਸੁੱਟੇ ਪੰਡਾਲ ਦੇ ਵਿੱਚ ਤੇ AK-47 ਦੀਆਂ ਗੋਲੀਆਂ ਦੇ ਨਾਲ ਵਾਛੜ ਕੀਤੀ। ਮੇਰੇ ਨਾਲ ਦੇ 18 ਸਾਥੀ ਸ਼ਹੀਦ ਹੋ ਗਏ। ਅਸੀਂ 18 ਸਾਥੀਆਂ ਨੂੰ ਤੋਰਨ ਤੋਂ ਬਾਅਦ 3 ਟਰਾਲੀਆਂ ਭਰ ਕੇ ਫੱਟੜਾਂ ਦੀਆਂ ਜੈਤੋ ਦੇ ਹਸਪਤਾਲ 'ਚ ਲੈ ਕੇ ਗਏ। ਪਰ ਅੰਨੇ ਨਿਸ਼ਾਨਚੀ ਫੇਰ ਵੀ ਹੋਇਆ। ਅੰਨੇ ਨਿਸ਼ਾਨਚੀ ਫੇਰ ਵੀ ਥਾਂ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਹੁੰਦਾ ਰਿਹਾ। ਭਾਵੇਂ ਘੁੰਗਰਾਲੀ ਸਿੱਖਾਂ ਦਾ ਨਰਿੰਦਰ ਨਿੰਦੀ ਹੋਵੇ, ਤੇ ਭਾਵੇਂ ਚੜੀ ਦੀ ਧਰਤੀ ਹੋਵੇ, ਤੇ ਭਾਵੇਂ ਸੇਵੇ ਵਾਲੇ ਦੀ ਧਰਤੀ ਹੋਵੇ, ਛੰਦੜਾਂ ਦੀ ਧਰਤੀ ਦੇ ਉੱਤੇ ਫੇਰ ਪਲਸ ਮੰਚ ਦੀ ਆਵਾਜ਼ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਛੰਦੜਾਂ ਦੀ ਧਰਤੀ ਤੇ ਪਹਿਲਾਂ ਹੁੰਦੀ ਸੀ। ਤੇ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਲੋਕ ਸੱਭਿਆਚਾਰਕ ਮੰਚ ਜਿਹੜੀ ਉੱਚੀ ਪ੍ਰਵਾਜ਼ ਭਰਦਾ ਆਇਆ ਹੈ, ਜਿਹੜੀ ਉਹ ਜ਼ਿੰਮੇਵਾਰੀ ਸਾਡੇ ਮੋਢਿਆਂ ਦੇ ਉੱਤੇ ਲੱਗੀ ਹੈ, ਉਸ ਜ਼ਿੰਮੇਵਾਰੀ ਨੂੰ ਅਸੀਂ ਅਦਾ ਕਰਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਘਰ ਘਰ ਦੇ ਅੰਦਰ ਨਵੇਂ ਇਹਨਾਂ ਮਾਧਿਅਮਾਂ ਦੇ ਰਾਹੀਂ, ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਜਿੱਡਾ ਵੱਡਾ ਹੱਲਾ ਬੋਲਿਆ ਗਿਆ ਹੈ, ਤਾਂ ਇਹਦਾ ਟਾਕਰਾ ਭਾਜੀ ਹੋਰਾਂ ਨਾਲ ਮੇਰੀਆਂ ਕੁਝ ਗੱਲਾਂ ਹੋਈਆਂ ਨੇ ਕਿ ਪੂਰਾ ਅਪ੍ਰੈਲ ਆਉਣ ਵਾਲੇ ਦਿਨਾਂ ਦਾ ਅਸੀਂ ਇਸੇ ਗੱਲ ਦੇ ਵਾਸਤੇ ਲਾਉਣਾ ਕਿ ਪੰਜਾਬ ਦੇ ਅੰਦਰ ਗਲੀ ਗਲੀ, ਹਰ ਮਹੱਲੇ ਦੇ ਅੰਦਰ, ਹਰ ਨੁੱਕਰ ਦੇ ਅੰਦਰ ਉਹ ਤਾਂ ਚਾਹੁੰਦੇ ਨੇ ਕਿ ਵਿਸ਼ਵ ਸੁੰਦਰੀ, ਮੁਲਕ ਦੀ ਸੁੰਦਰੀ, ਗਲੀਆਂ ਦੀ ਸੁੰਦਰੀ ਹੋਵੇਗੀ। ਅਸੀਂ ਇਸ ਦਾ ਜਵਾਬ ਦੇਵਾਂਗੇ ਕਿ ਗਲੀ ਗਲੀ ਦੇ ਵਿੱਚ ਭਗਤ ਸਿੰਘ ਦੇ ਵਾਰਸ ਪੈਦਾ ਹੋਣਗੇ, ਲੋਕਾਂ ਦਾ ਸੱਭਿਆਚਾਰ ਜਾਵੇਗਾ। ਇਹ ਧਰਤੀ ਮਾਂ ਗੁਜਰੀ ਦੀ ਧਰਤੀ ਹੈ। ਇਹ ਧਰਤੀ ਭਾਬੀ ਦੁਰਗਾ ਦੀ ਧਰਤੀ ਹੈ। ਇਹ ਧਰਤੀ ਮਾਛੀਵਾੜੇ ਦੀ ਧਰਤੀ ਹੈ, ਜਿੱਥੇ ਬੈਠ ਕੇ ਅਗਲੇ ਇਹ ਯਾਰੜੇ ਦੇ 70 ਦੀਆਂ ਬਾਤਾਂ ਲਿਖਦੇ ਰਹੇ ਨੇ। ਤੇ ਇੱਕ ਵਾਰ ਫੇਰ ਅਸੀਂ ਆਸ ਕਰਾਂਗੇ ਕਿ ਜਿਹੜਾ ਤੁਸੀਂ ਇਹ ਮਾਣ ਸਨਮਾਨ ਦਿੱਤਾ ਹੈ, ਇਸ ਮਾਣ ਸਨਮਾਨ ਦੇ ਵਿੱਚ ਇੱਕ ਕਹਾਣੀ ਛੁਪੀ ਹੈ ਮੇਰੇ ਬਾਪ ਦੇ ਪੈਰਾਂ ਦੀਆਂ ਉਂਗਲਾਂ ਪੈਣ ਜਿੱਡੀਆਂ ਜਿੱਡੀਆਂ ਵਿਆਈਆਂ ਦੀ।
87 ਸਾਲ ਦੀ ਹੋ ਗਈ ਮੇਰੀ ਮਾਂ ਦੀਆਂ ਉਹਨਾਂ ਅੱਖਾਂ ਦੀ ਕਹਾਣੀ ਛੁਪੀ ਹੋਈ ਹੈ, ਜਿਹੜੀ ਅਸੀਂ ਬਹੁਤ ਨੇੜਿਓਂ ਚਰਦੇ ਤੱਕਦੇ ਤੇ ਹੰਡਾਉਂਦੇ ਰਹੇ ਹਾਂ। ਤੇ ਅਸੀਂ ਇਹ ਆਸ ਕਰਾਂਗੇ ਕਿ ਇਹ ਜਿਹੜਾ ਮਾਣ ਤੇ ਸਨਮਾਨ ਹੈ, ਇਹ ਸਨਮਾਨ ਪਲਸ ਮੰਚ ਦਾ ਸਨਮਾਨ ਹੈ, ਇਹ ਸਨਮਾਨ ਚੜੀ ਦੀ ਧਰਤੀ ਦਾ ਸਨਮਾਨ ਹੈ, ਇਹ ਸਨਮਾਨ ਪੰਜਾਬ ਦੀ ਮਿੱਟੀ ਦਾ ਸਨਮਾਨ ਹੈ, ਇਹ ਸਨਮਾਨ ਉਹਨਾਂ ਸਾਹਿਬਜ਼ਾਦਿਆਂ ਦੇ ਧਰਤੀ ਦਾ ਸਨਮਾਨ ਹੈ ਜਿਹੜੇ ਲੋਕਾਂ ਦੇ ਵਾਸਤੇ ਜੂਝਣ ਦਾ ਰਾਹ ਦੱਸ ਕੇ ਗਏ ਨੇ। ਮਹਾਨ ਲੋਕੋ, ਮਹਾਨ ਧਰਤੀ ਦੇ ਮਹਾਨ ਵਾਰਸੋ, ਤੁਹਾਨੂੰ ਕੋਟ-ਕੋਟ ਪ੍ਰਣਾਮ। ਇੱਕ ਵਾਰ ਫਿਰ ਅਸੀਂ ਆਪਣਾ ਸਿਰ ਝੁਕਾ ਕੇ ਤੁਹਾਡੇ ਚਰਨਾਂ 'ਚ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਵਚਨ ਕਰਦੇ ਹਾਂ ਕਿ ਅਸੀਂ ਜਿੰਦਾ ਰਹੀਏ ਜਾਂ ਮੁਰਦਾ, ਸਾਡੀ ਲਾਸ਼ ਕਦੇ ਵੀ ਤੁਹਾਡੇ ਨਾਲ ਝੂਠ ਨਹੀਂ ਬੋਲੇਗੀ, ਕਦੇ ਵੀ ਬੇਵਫਾਈ ਨਹੀਂ ਕਰੇਗੀ। ਤੁਹਾਡਾ ਬਹੁਤ ਧੰਨਵਾਦ। ਅਮੋਲਕ ਸਿੰਘ, ਕੁਝ ਤਾਂ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਸੁਣਦੇ ਆ, ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਦੇਖਿਆ, ਨਾਲ ਪਰਖਿਆ, ਹੰਡਾਇਆ। ਉਹਨਾਂ ਚੋਂ ਇੱਕ ਨੇ ਮੇਰੇ ਸ਼ੁਰੂਆਤ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਦੇ ਬੜੇ ਲੰਬੇ ਤਜਰਬੇ ਦੇ ਵਿੱਚੋਂ ਹੰਡਾਈ ਹੋਈ ਸ਼ਖਸੀਅਤ ਹੈ। ਉਹਨਾਂ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ, ਪਰ ਜਜ਼ਬਾਤਾਂ ਦੇ ਨਾਲ ਨਾਲ ਇੱਕ ਅਹਿਦ ਹੈ ਜਿਹਨੂੰ ਉਹ ਨਿਭਾਉਂਦੇ ਆ ਰਹੇ ਨੇ, ਜਿਹਨੂੰ ਨਿਭਾਉਣ ਦਾ ਅੱਗੇ ਵਾਅਦਾ ਕੀਤਾ ਹੈ। ਅਸੀਂ ਉਹਨਾਂ ਦਾ ਸਨਮਾਨ ਕਰਕੇ ਅਸੀਂ ਉਹਨਾਂ ਦਾ ਸਨਮਾਨ ਨਹੀਂ ਕਰ ਰਹੇ, ਕਿਉਂਕਿ ਇੱਕ ਉਕਾਈ ਬਣਦੀ ਹੈ ਕਿ ਜੇ ਅਸੀਂ ਉਹਨਾਂ ਦਾ ਸਨਮਾਨ ਨਹੀਂ ਕਰਾਂਗੇ ਤਾਂ ਸਨਮਾਨ ਕਰਾਂਗੇ ਕੀ ਦਾ। ਉਹ ਸੱਚਮੁੱਚ ਹੀ ਸਾਨੂੰ ਮਾਣ ਦੇ ਕੇ ਗਏ ਨੇ। ਉਹਨਾਂ ਤੋਂ ਬਾਅਦ ਸਾਡੇ ਕੋਲ ਇੱਕ ਬਹੁਤ ਹੀ ਸਿਆਣੇ ਵਿਦਵਾਨ ਆਲੋਚਕ ਨੇ, ਸੁਖਵੰਤ ਹੁੰਦਲ ਜੀ, ਪ੍ਰੋਫੈਸਰ ਬਲਦੀਪ ਸਿੰਘ ਜੀ, ਹਮਦਰਦ ਨਸ਼ਹਿਰਵੀ ਜੀ, ਰਾਮ ਕੁਮਾਰ ਜੀ ਤੁਸੀਂ ਵੀ ਪਲੀਜ਼, ਤੇ ਸਾਰੇ ਹੀ, ਸਵਰਨ ਸਿੰਘ ਇਧਰ ਨੇ, ਚਲੋ ਠੀਕ। ਹੁੰਦਲ ਜੀ ਨੂੰ ਉਧਰ ਉਹ ਬੈਠੇ ਨੇ ਜੀ, ਬੜੇ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ, ਪਰ ਆਪਾਂ ਇੰਨੇ ਵੀ ਛੁਪੇ ਨਹੀਂ ਰਹਿਣ ਦੇਣਾ। ਉਹਨਾਂ ਦੇ ਬਾਰੇ ਚ ਇੱਕ ਦੋ ਗੱਲਾਂ ਮੈਂ ਮੇਰੇ ਖਿਆਲ ਕਰ ਲਵਾਂ ਉਹਨਾਂ ਦੇ ਆਉਂਦੇ ਆਉਂਦਿਆਂ। ਸੁਖਵੰਤ ਹੁੰਦਲ ਨੂੰ ਜਦੋਂ ਅਸੀਂ ਕੈਨੇਡਾ ਦੇ ਟੂਰ ਤੇ ਸੀ ਉਦੋਂ ਜ਼ਿਆਦਾ ਜਾਣਨ ਦਾ ਮੌਕਾ ਮਿਲਿਆ। ਪਹਿਲਾਂ ਸੁਣਦੇ ਸੀ, ਪੜ੍ਹਦੇ ਸੀ। ਬਹੁਤ ਹੀ ਨਿੱਘੀ ਸ਼ਖਸੀਅਤ, ਬੜੇ ਸਪਸ਼ਟ ਵਿਚਾਰ। ਅੱਜ ਕੱਲ ਇਹ ਜੇ ਚਾਹੁੰਦੇ ਤਾਂ ਥੀਸਿਸ ਲਿਖ ਰਹੇ ਨੇ, ਬੜਾ ਵਧੀਆ ਲਿਖ ਸਕਦੇ ਸੀਗੇ ਕਿ ਨਾਰਥ ਅਮਰੀਕਾ ਦੇ ਪ੍ਰਵਾਸੀ ਭਾਰਤੀਆਂ ਦੀ ਸਥਿਤੀ ਉੱਤੇ ਇੱਕ ਝਾਤ। ਪਰ ਉਹਨਾਂ ਨੇ ਖੋਜ ਦਾ ਵਿਸ਼ਾ ਕੀ ਚੁਣਿਆ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਪਲਸ ਮੰਚ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ, ਇਹਨਾਂ ਦੀ ਸਮਾਜਿਕ ਤਬਦੀਲੀ ਦੇ ਵਿੱਚ ਭੂਮਿਕਾ। ਇਹ ਉਰੇ ਤੋਂ ਲੈ ਕੇ ਜਲਾਲਾਬਾਦ ਤੱਕ, ਉਰੇ ਤੋਂ ਲੈ ਕੇ ਕਿਸੇ ਕਾਂਗੜਾ ਪਿੰਡ ਤੱਕ ਜਾਂ ਹੋਰਨਾਂ ਪਿੰਡਾਂ ਤੱਕ ਟੀਮਾਂ ਦੇ ਨਾਲ ਜਾ ਕੇ ਸਫ਼ਰ ਕਰਦੇ ਹੈ, ਕੰਮ ਕਰਦੇ ਹੈ। ਬਹੁਤ ਅੱਛੇ ਸਾਹਿਤਕਾਰ ਨੇ, ਇਹਨਾਂ ਨੇ ਨਾਟਕ ਲਿਖੇ ਹੈ। ਇਹਨਾਂ ਨੇ ਪਿਕਟ ਲਾਈਨ, ਜਿਹੜੀ ਕੈਨੇਡਾ ਦੀ ਲਾਈਫ ਦੇ ਬਾਰੇ ਚ, ਕੈਨੇਡਾ ਦੇ ਵਿੱਚ ਕੀ ਵਾਪਰ ਰਿਹਾ ਹੈ, ਕੀ ਸਮੱਸਿਆਵਾਂ ਨੇ, ਬਹੁਤ ਹੀ ਅੱਛੀ ਕਿਤਾਬ। ਪਹਿਲਾਂ ਵਤਨੋਂ ਦੂਰ ਦੇ ਸੰਪਾਦਕ, ਸਹਿ ਸੰਪਾਦਕ ਰਹੇ ਨੇ ਲੰਮਾ ਸਮਾਂ। ਉਸ ਤੋਂ ਬਾਅਦ ਉਸ ਮੈਗਜ਼ੀਨ ਦਾ ਹੀ ਇੱਕ ਨਾਂ ਸੀ ਵਤਨ, ਵਤਨ ਦੇ ਸੰਪਾਦਕ ਰਹੇ ਨੇ। ਇੱਕ ਪੰਜਾਬੀ ਬੋਲੀ ਪ੍ਰਤੀ ਉਹਨਾਂ ਦਾ ਲਗਾਅ, ਪੰਜਾਬੀ ਬੋਲੀ ਦੇ ਵਿੱਚੋਂ ਵੀ ਜੋ ਕੁਝ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਨੇ, ਉਹਨਾਂ ਨਾਲ ਉਹਨਾਂ ਦਾ ਲਗਾਅ ਅਸੀਂ ਸਪਸ਼ਟ ਦੇਖਦੇ ਹਾਂ। ਮੈਂ ਜੇ ਕਹਿ ਲਵਾਂ ਕਿ ਪੰਜਾਬੀ ਦੇ ਬਾਹਰ ਗਏ ਜਿਹੜੇ ਲੋਕ ਨੇ, ਸਾਹਿਤਕਾਰਾਂ ਸਮੇਤ, ਉਹਨਾਂ ਚੋਂ ਬਹੁਤ ਸਾਰੇ ਡੀਜਨਰੇਟ ਹੋ ਗਏ। ਪਰ ਕੁਝ ਲੋਕ ਜਿਹੜੇ ਅਜੇ ਵੀ ਆਪਣੇ ਅੰਦਰ ਉਹ ਚਿਣਗੋ ਅਣਖ ਰੱਖਦੇ ਨੇ, ਜਿਨ੍ਹਾਂ ਨੂੰ ਨਹੀਂ ਚੜਦੀ ਇਹਨਾਂ ਪਿੰਡਾਂ ਦੀ ਧੂੜ, ਜਿਹੜੇ ਟੈਂਪੂਆਂ ਦੇ ਵਿੱਚ ਸਫ਼ਰ ਕਰਦੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਜੋ ਲੋਕ ਕੁਝ ਕਰ ਰਹੇ ਨੇ ਉਹਨੂੰ ਠੀਕ ਤਰੀਕੇ ਨਾਲ ਮੈਂ ਲੋਕਾਂ ਤੱਕ ਪੇਸ਼ ਕਰਾਂ, ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੱਡਾ ਮਸਲਾ ਹੈ ਉਹ ਤੇ ਬੋਲਿਆ ਜਾਵੇ। ਵਿਦਵਤਾ ਭਰਪੂਰ ਇਹਨਾਂ ਦੇ ਲੇਖ ਆਪਾਂ ਪੜ੍ਹਦੇ ਰਹੇ ਹਾਂ। ਅਮੀਆਂ ਮੇਰੇ ਹਿੱਸੇ ਦਾ ਆਸਮਾਨ ਤੇ ਕਾਲੇ ਸਮਿਆਂ ਦੇ ਨਾਲ ਨਾਲ, ਦੋਵੇਂ ਪੁਸਤਕਾਂ ਉਹਨਾਂ ਨੂੰ ਭੇਟ ਕੀਤੀਆਂ ਗਈਆਂ ਨੇ। ਹੁਣ ਅਸੀਂ ਸਨਮਾਨ ਪੱਤਰ ਪੜਾਂਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਸਨਮਾਨ ਟਰਾਫੀ ਤੇ ਲੋਈ ਦੇ ਨਾਲ।
ਕੀਤਾ ਜਾਊਗਾ। ਬਲਜੀਤ। ਹਾਜ਼ਰੀਨ, ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਸਥਾਪਨਾ ਦਿਵਸ ਸਮਾਰੋਹ 16 ਅਪ੍ਰੈਲ 2000 ਐਤਵਾਰ ਸਮਰਾਲਾ। ਸਨਮਾਨ ਪੱਤਰ ਸੁਖਵੰਤ ਹੁੰਦਲ ਕੈਨੇਡਾ। ਪ੍ਰਸਿੱਧ ਲੋਕ ਪੱਖੀ ਆਲੋਚਕ ਤੇ ਸਾਹਿਤਕਾਰ ਸੁਖਵੰਤ ਹੁੰਦਲ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ 'ਚ ਰਹਿੰਦਿਆਂ ਵੀ ਪੰਜਾਬ ਦੀਆਂ ਲੋਕ ਪੱਖੀ ਸੱਭਿਆਚਾਰਕ ਗਤੀਵਿਧੀਆਂ ਦਾ ਰਾਜਦੂਤ ਹੈ। ਉਸ ਨੇ ਪੰਜਾਬ ਦੇ ਲੋਕ ਪੱਖੀ ਥੀਏਟਰ ਦੀ ਸਮਾਜਿਕ ਤਬਦੀਲੀ ਵਿੱਚ ਭੂਮਿਕਾ ਵਰਗਾ ਵਿਸ਼ਾ ਸੁਚੇਤ ਤੌਰ ਤੇ ਚੁਣਿਆ ਹੈ। ਉਹ ਵਿਖੜੇ ਰਾਹਾਂ ਦਾ ਅਲਵੇਲਾ ਪਾਉਂਦੀ ਹੈ। ਉਸ ਦੀ ਸਿਰਜਣਾ, ਖੋਜ ਤੇ ਸੋਚ ਉੱਤੇ ਸਾਨੂੰ ਬਹੁਤ ਹੀ ਮਾਣ ਹੈ। ਆਸ ਹੈ ਉਹ ਸਾਡੇ ਲਈ ਰਾਹ ਦਸੇਰਾ ਬਣੇਗਾ। ਸ਼ੁਭ ਸ਼ਾਮਾ ਸਹਿਤ ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਆਰਟ ਸੈਂਟਰ ਸਮਰਾਲਾ ਦੀ ਪ੍ਰਬੰਧਕੀ ਟੀਮ। ਧੰਨਵਾਦ। ਬਾਜਿੰਦਰ। ਨਹੀਂ ਤੇ ਬੰਦਾ 25 ਸਾਲ ਜਦੋਂ ਕੈਨੇਡਾ ਚ ਰਹਿੰਦਾ ਨਾ, 25 ਸਾਲ ਹੋ ਗਿਆ ਸੁਖਵੰਤ ਨੂੰ ਕੈਨੇਡਾ ਚ ਰਹਿੰਦੇ ਆ, 25 ਸਾਲ ਦੇ ਵਿੱਚ ਬੰਦਾ ਦਿਮਾਗ ਤੋਂ ਲੈ ਕੇ ਹਰ ਤਰੀਕੇ ਦੇ ਨਾਲ ਹੀ ਬਦਲ ਜਾਂਦਾ। ਪਰ 25 ਸਾਲ ਬਾਅਦ ਵੀ ਜਿਹੜੇ ਬੰਦੇ 'ਚ ਕੋਈ ਗੱਲ ਹੈ ਤਾਂ ਸਾਨੂੰ ਲੱਗਦਾ ਕਿ ਫਰੋਲਣਾ ਚਾਹੀਦਾ ਕਿ ਕੀ ਆ ਉਸ ਬੰਦੇ ਦੇ ਵਿੱਚ। ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ। ਕੋਈ ਉਹਨਾਂ ਤੇ ਇਹ ਨਹੀਂ ਕਿ ਉਹਨਾਂ ਦਾ ਸਨਮਾਨ ਕਰ ਰਹੇ ਹਾਂ, ਸਾਡੀ ਇੱਕ ਡਿਊਟੀ ਬਣਦੀ ਹੈ, ਇੱਕ ਫਰਜ਼ ਬਣਦੀ ਹੈ, ਅਸੀਂ ਉਹ ਨਿਭਾ ਰਹੇ ਹਾਂ। ਇਹ ਸਾਡਾ ਹੀ ਮਾਣ ਹੈ, ਸਾਡਾ ਹੀ ਸਨਮਾਨ ਹੈ। ਮੈਂ ਹੁੰਦਲ ਜੀ ਨੂੰ ਕਹੂੰਗਾ ਕਿ ਇੱਕ ਦੋ ਸ਼ਬਦ ਜ਼ਰੂਰ ਕਹਿ। ਸਭ ਤੋਂ ਪਹਿਲਾਂ ਤਾਂ ਮੈਂ ਪਲਸ ਮੰਚ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਣ ਦਿੱਤਾ ਹੈ। ਸੱਚ ਜਾਣਿਓ, ਮੈਂ ਕੋਈ ਏਦਾਂ ਦਾ ਕੰਮ ਨਹੀਂ ਕੀਤਾ ਜਿਹਦੇ ਲਈ ਮੈਨੂੰ ਸਨਮਾਨ, ਮੈਂ ਨਹੀਂ ਸਮਝਦਾ ਕਿ ਮੈਂ ਕੋਈ ਏਡਾ ਵੱਡਾ ਕੰਮ ਕੀਤਾ ਜਿਹਦੇ ਲਈ ਮੈਨੂੰ, ਪਰ ਫਿਰ ਵੀ ਜੇ ਇਹਨਾਂ ਨੇ ਸਮਝਿਆ ਤਾਂ ਮੈਂ ਇਹਨਾਂ ਦਾ ਧੰਨਵਾਦੀ ਹਾਂ। ਦੂਸਰੀ ਗੱਲ ਜਿਹੜੀ ਮੈਂ ਸਮਝਦਾ ਹਾਂ ਕਿ ਜਿਸ ਕਿਸਮ ਦਾ ਕੰਮ ਪਲਸ ਮੰਚ ਕਰ ਰਿਹਾ, ਮੈਂ ਕਿਉਂ ਚੁਣਿਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਟਕ ਦੇ ਦੇਖਣ ਦਾ। ਮੇਰੇ ਖਿਆਲ ਦੇ ਵਿੱਚ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਸ ਤਰ੍ਹਾਂ ਦਾ ਥੀਏਟਰ ਇਸ ਕਿਸਮ ਦਾ ਹੋ ਰਿਹਾ, ਸਾਡਾ ਜਿਹੜਾ ਪੰਜਾਬ ਦੇ ਵਿੱਚ ਥੀਏਟਰ ਆ ਉਸ ਪੱਧਰ ਦਾ ਉਸੇ ਤਰ੍ਹਾਂ ਦਾ ਹੋ ਰਿਹਾ। ਤੇ ਮੇਰੀ ਇਹ ਖਾਹਿਸ਼ ਸੀ ਕਿ ਮੈਂ ਉਸ ਥੀਏਟਰ ਨੂੰ ਦੁਨੀਆ ਦੇ ਦੂਜੇ ਲੋਕਾਂ ਦੇ ਨਾਲ ਸਾਂਝਾ ਕਰਾਂ। ਤੇ ਇਹਦੇ ਨਾਲ ਹੀ ਗੱਲ ਇਹ ਵੀ ਸੀ ਵੀ ਜਦੋਂ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਇਹੋ ਜਿਹਾ ਕੰਮ ਕਰਦੇ ਦੇਖਦਾ, ਮੈਨੂੰ ਥੋੜਾ ਬਹੁਤਾ ਮੌਕਾ ਮਿਲਿਆ ਜਾ ਕੇ ਵੱਖ-ਵੱਖ ਟੀਮਾਂ ਨੂੰ ਦੇਖਣ ਦਾ। ਸੋ ਉਹ ਆਪਣੇ ਆਪ ਦੇ ਵਿੱਚ ਵੀ ਜਿਹੜੀ ਇੱਕ ਚੰਗਾਰੀ ਦੀ ਇਹ ਗੱਲ ਕਰਦੇ ਆ, ਉਹਨੂੰ ਦੋਹਰੀ ਵਾਰੀ ਗਰਮੈਸ਼ ਦੇਣ ਦਾ ਸੀਗਾ। ਤੇ ਮੈਨੂੰ ਖੁਸ਼ੀ ਆ, ਮੈਂ ਇਹ ਬੜੇ ਮਾਣ ਨਾਲ ਕਹਿ ਸਕਦਾ ਵੀ ਮੈਨੂੰ ਇੱਥੇ ਆ ਕੇ ਪਿਛਲੇ 3-4 ਮਹੀਨੇ ਮੈਂ ਇਹਨਾਂ ਟੀਮਾਂ ਦੇ ਨਾਲ ਲਗਾਏ ਆ ਤੇ ਮੈਨੂੰ ਉਸ ਜਿਹੜੀ ਚੰਗਾਰੀ ਸੀ ਉਹਨੂੰ ਥੋੜੀ ਬਹੁਤੀ ਗਰਮਾਇਸ਼ ਮਿਲੀ ਆ। ਸੋ ਮੈਂ ਉਹਦੇ ਲਈ ਵੀ ਇਹਨਾਂ ਟੀਮਾਂ ਦਾ, ਪਲਸ ਮੰਚ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮਿਹਰਬਾਨੀ ਜੀ।